ਸਤਿ ਸ਼੍ਰੀ ਅਕਾਲ ਬੱਚਿਓ। ਕਥਾ ਕਹਾਣੀ ਸੰਗ੍ਰਹਿ ਵਿੱਚ ਸਭ ਤੋਂ ਪਹਿਲਾਂ ਕਹਾਣੀ ਅਸੀਂ ਕਰਾਂਗੇ ਪਹੁਤਾ ਪਾਂਧੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਹੋਈ। ਸਭ ਤੋਂ ਪਹਿਲਾਂ ਬੱਚਿਓ ਅਸੀਂ ਗੱਲ ਕਰਾਂਗੇ ਲੇਖਕ ਦੇ ਜੀਵਨ ਸਫ਼ਰ ਬਾਰੇ। ਲੇਖਕ ਦਾ ਜੀਵਨ ਸਫ਼ਰ 1895 ਤੋਂ 1978 ਈਸਵੀ ਤੱਕ ਦਾ ਹੈ। ਲੇਖਕ ਦਾ ਜਨਮ ਸਿਆਲਕੋਟ ਵਿੱਚ ਸਰਦਾਰ ਪਿਸ਼ੌਰਾ ਸਿੰਘ ਦੇ ਘਰ ਹੁੰਦਾ। ਉਹਨਾਂ ਨੇ ਇੰਜੀਨੀਅਰਿੰਗ ਕੀਤੀ ਅਤੇ ਉਸ ਤੋਂ ਬਾਅਦ ਅਗਲੀ ਪੜ੍ਹਾਈ ਦੇ ਲਈ ਅਮਰੀਕਾ ਚਲੇ ਗਏ। 1933 ਦੇ ਵਿੱਚ ਉਹਨਾਂ ਨੇ ਪ੍ਰੀਤਲੜੀ ਰਸਾਲਾ ਕੱਢਿਆ, ਜਿਹੜਾ ਕਿ ਕਾਫੀ ਪ੍ਰਸਿੱਧ ਹੋਇਆ। ਫਿਰ ਉਹਨਾਂ ਨੇ 1938 ਦੇ ਵਿੱਚ ਪ੍ਰੀਤਨਗਰ ਵਸਾਇਆ। ਬੱਚਿਓ, ਇਹ ਪ੍ਰੀਤਨਗਰ ਉਹਨਾਂ ਨੇ ਖੁਦ ਜ਼ਮੀਨ ਮੁੱਲ ਲੈ ਕੇ ਵਸਾਇਆ। ਲਾਹੌਰ ਅਤੇ ਅੰਮ੍ਰਿਤਸਰ ਦੇ ਵਿਚਕਾਰ ਉਹਨਾਂ ਨੇ 15 ਏਕੜ ਜ਼ਮੀਨ ਲਈ ਅਤੇ ਉੱਥੇ ਪ੍ਰੀਤਨਗਰ ਦੀ ਸਥਾਪਨਾ ਕੀਤੀ। ਅਤੇ ਪ੍ਰੀਤਨਗਰ ਦੇ ਵਿੱਚ ਹੀ ਉਹਨਾਂ ਨੇ 1940 ਦੇ ਵਿੱਚ ਬਾਲ ਸੰਦੇਸ਼ ਨਾਮ ਦਾ ਇੱਕ ਮਾਸਿਕ ਪੱਤਰ ਵੀ ਸ਼ੁਰੂ ਕੀਤਾ। ਪਰ 1947 ਵਿੱਚ ਜਦੋਂ ਸਾਡਾ ਦੇਸ਼ ਵੰਡਿਆ ਗਿਆ ਤਾਂ ਉਸ ਵੇਲੇ ਉਹਨਾਂ ਨੂੰ ਪ੍ਰੀਤਨਗਰ ਛੱਡਣਾ ਪਿਆ ਅਤੇ ਪ੍ਰੀਤਨਗਰ ਇੱਕ ਤਰ੍ਹਾਂ ਨਾਲ ਉੱਜੜ ਗਿਆ। ਪਰ 1950 ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਵਾਪਸ ਪ੍ਰੀਤਨਗਰ ਜਾਂਦੇ ਆ ਅਤੇ ਉਹਦੀ ਪੁਨਰ ਸਥਾਪਨਾ ਕਰਦੇ ਆ। ਬੱਚਿਓ, ਅਗਰ ਪ੍ਰੀਤਲੜੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਡੇ ਪੰਜਾਬੀ ਸਾਹਿਤ ਨੂੰ ਬਹੁਤ ਵਡਮੁੱਲੀ ਦੇਣ ਦਿੱਤੀ ਹੈ। ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਕਈ ਮੁਲਕਾਂ ਦੀ ਸੈਰ ਕੀਤੀ ਹੈ, ਜਿਵੇਂ ਅਮਰੀਕਾ, ਈਰਾਨ, ਇਰਾਕ, ਚੀਨ, ਰੂਸ ਵਰਗੇ ਦੇਸ਼ਾਂ ਦੀ ਉਹਨਾਂ ਨੇ ਸੈਰ ਕੀਤੀ ਹੈ। ਕਾਫੀ ਉਹਨਾਂ ਦੇ ਕੋਲ ਜੀਵਨ ਅਨੁਭਵ ਹੈ। ਸੋ ਇਹਨਾਂ ਸਫ਼ਰਾਂ ਦੇ ਦੌਰਾਨ ਉਹਨਾਂ ਨੇ ਬਹੁਤ ਕੁਛ ਦੇਖਿਆ। ਸੋ ਉਹਨਾਂ ਨੂੰ ਹੀ ਆਧਾਰ ਬਣਾ ਕੇ ਸ਼ਾਇਦ ਉਹਨਾਂ ਨੇ ਇਹ ਪਹੁਤਾ ਪਾਂਧੀ ਨਾਮ ਦੀ ਕਹਾਣੀ ਸਾਨੂੰ ਦਿੱਤੀ ਹੈ। ਇਹਨਾਂ ਦੇ ਬਹੁਤ ਸਾਰੇ ਕਹਾਣੀ ਸੰਗ੍ਰਹਿ ਸਾਨੂੰ ਮਿਲਦੇ ਆ, ਜਿਨ੍ਹਾਂ ਦੇ ਵਿੱਚੋਂ ਕੁਛ ਪ੍ਰਸਿੱਧ ਕਹਾਣੀ ਸੰਗ੍ਰਹਿਾਂ ਦਾ ਨਾਮ ਲਊਂਗੀ ਮੈਂ ਇੱਥੇ। ਅਨੋਖੇ ਤੇ ਇਕੱਲੇ, ਪ੍ਰੀਤ ਕਹਾਣੀਆਂ, ਨਾਗਪ੍ਰੀਤ ਦਾ ਜਾਦੂ, ਵੀਨਾ ਵਿਨੋਦ, ਸ਼ਬਨਮ, ਭਾਬੀ ਮੈਨਾ, ਅਸਮਾਨੀ ਮਹਾਨਦੀ, ਆਖਰੀ ਸੜਕ, ਪ੍ਰੀਤਾਂ ਦੀ ਪਹਿਰੇਦਾਰ, ਇਹ ਇਹਨਾਂ ਦੇ ਕਹਾਣੀ ਸੰਗ੍ਰਹਿ ਸਾਨੂੰ ਮਿਲਦੇ ਆ। ਇਸ ਤੋਂ ਬਿਨਾਂ ਬੱਚੇ ਇਹਨਾਂ ਨੇ ਕਾਫੀ ਬਾਲ ਸਾਹਿਤ ਵੀ ਲਿਖਿਆ, ਨਾਵਲ ਵੀ ਲਿਖੇ, ਨਾਟਕ ਵੀ ਲਿਖੇ, ਸਵੈ ਜੀਵਨੀ ਵੀ ਹੈ। ਭਾਵ ਇਹਨਾਂ ਨੇ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਯੋਗਦਾਨ ਦਿੱਤਾ। ਇਹ ਕਹਾਣੀ ਪਹੁਤਾ ਪਾਂਧੀ ਸਾਨੂੰ ਕਾਫੀ ਸਿੱਖਿਆ ਦੇ ਕੇ ਜਾਂਦੀ ਹੈ। ਪਾਂਧੀ ਕੀ ਹੁੰਦਾ ਬੱਚਿਓ? ਯਾਤਰੂ, ਮੁਸਾਫਰ ਜਾਂ ਰਾਹੀ। ਹੁਣ ਅਸੀਂ ਸਾਰੇ ਹੀ ਆਪਣੇ ਜੀਵਨ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ ਬੱਸਾਂ, ਗੱਡੀਆਂ ਜਾਂ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਹਾਂ। ਪਰ ਪਹੁਤਾ ਪਾਂਧੀ ਬਣਨ ਦੇ ਲਈ ਸਾਡੀ ਸ਼ਖਸੀਅਤ ਦੇ ਵਿੱਚ ਗੁਣ ਹੋਣੇ ਚਾਹੀਦੇ ਆ। ਪਹੁਤਾ ਪਾਂਧੀ ਕੌਣ ਹੁੰਦਾ? ਜੋ ਸਫ਼ਰ ਦੇ ਦੌਰਾਨ ਬਾਕੀ ਦੀਆਂ ਸਵਾਰੀਆਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਦਾ ਅਤੇ ਖੁਸ਼ੀ ਸਾਰਿਆਂ ਦਾ ਸਾਥ ਦਿੰਦਾ, ਕਿਸੇ ਨੂੰ ਵੀ ਬੁਰਾ ਭਲਾ ਨਹੀਂ ਕਹਿੰਦਾ, ਸਭ ਦਾ ਦਿਲ ਜਿੱਤਦਾ। ਉਹ ਇਹੋ ਜਿਹੀ ਕਹਾਣੀ ਹੈ ਪਹੁਤਾ ਪਾਂਧੀ, ਜਿਹਦੇ ਵਿੱਚ ਇੱਕ ਮੁਸਾਫਰ ਸਾਰੀਆਂ ਸਵਾਰੀਆਂ ਦਾ ਦਿਲ ਜਿੱਤਦਾ ਅਤੇ ਇੱਕ ਉਹਨਾਂ ਨੂੰ ਜੀਵਨ ਜੀਣ ਦੀ ਸੇਧ ਵੀ ਦਿੰਦਾ। ਪੜ੍ਹਦੇ ਹਾਂ ਕੀ ਲਿਖਿਆ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇਸ ਕਹਾਣੀ ਦੇ ਵਿੱਚ। ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਜਾ ਰਹੀ ਸੀ। ਤੀਸਰੇ ਦਰਜੇ ਖਚਾਖਚ ਭਰੇ ਹੋਏ ਸਨ। ਸਾਰੀ ਗੱਡੀ ਭੌਂ ਪੁਆ ਕੇ ਇੱਕ ਭਾਰਾ ਜਿਹਾ ਸੱਜਣ ਇੱਕ ਡੱਬੇ ਅੱਗੇ ਆ ਖਲੋਤਾ ਅਤੇ ਮਿੰਨਤਾਂ ਕੀਤੀਆਂ, ਪਰ ਅੰਦਰਲਿਆਂ ਨੇ ਝਾੜ ਛੱਡਿਆ। ਕੋਈ ਥਾਂ ਨਹੀਂ। ਉਹ ਨਿੰਮੋ ਝੂਣ ਹੋਇਆ ਹਿੱਲਣ ਹੀ ਲੱਗਾ ਸੀ ਕਿ ਅੰਦਰੋਂ ਕਿਸੇ ਆਖਿਆ, ਥਾਂ ਕਿਉਂ ਨਹੀਂ, ਤੁਸੀਂ ਆ ਜਾਓ, ਤੁਸੀਂ ਆਓ ਜੀ। ਹੁਣ ਬੱਚਿਓ, ਅਸੀਂ ਹਰ ਰੋਜ਼ ਬੱਸਾਂ ਦੇ ਵਿੱਚ ਸਫ਼ਰ ਕਰਦੇ ਹਾਂ ਕਾਲਜ ਜਾਣ ਦੇ ਲਈ, ਅਤੇ ਸਾਨੂੰ ਇਹੋ ਜਿਹੇ ਲੋਕ ਟੱਕਰਦੇ ਹੋਣਗੇ। ਸ਼ਾਇਦ ਅਸੀਂ ਖੁਦ ਵੀ ਇਹੋ ਜਿਹਾ ਵਿਵਹਾਰ ਕਰਦੇ ਹੋਈਏ। ਜਦੋਂ ਅਸੀਂ ਬੱਸ ਵਿੱਚ ਚੜ੍ਹਨਾ ਹੁੰਦਾ ਤਾਂ ਬੱਸ ਜਿੰਨੀ ਮਰਜ਼ੀ ਭਰੀ ਹੋਵੇ, ਉਹ ਸਾਡੇ ਲਈ ਰੁਕਣੀ ਵੀ ਚਾਹੀਦੀ ਹੈ ਅਤੇ ਮੈਨੂੰ ਵਿੱਚ ਚੜ੍ਹ ਵੀ ਜਾਣਾ ਚਾਹੀਦਾ। ਪਰ ਜੇਕਰ ਅੱਗੇ ਕਿਸੇ ਸਟਾਪੇਜ 'ਤੇ ਗੱਡੀ ਰੁਕਦੀ ਹੈ ਤਾਂ ਫਿਰ ਸਾਨੂੰ ਇੱਦਾਂ ਲੱਗਦਾ ਕਿ ਨਹੀਂ, ਬਹੁਤ ਬੱਸ ਭਰੀ ਹੋਈ ਹੈ। ਕਈ ਵਾਰੀ ਸ਼ਾਇਦ ਅਸੀਂ ਖੁਦ ਵੀ ਰੋਕਿਆ ਹੋਵੇ ਜਾਂ ਸਾਨੂੰ ਕਿਸੇ ਨੇ ਰੋਕਿਆ ਹੋਵੇ। ਇਹ ਸਾਡੇ ਕੋਲ ਅਨੁਭਵ ਹੈਗਾ। ਅਤੇ ਹੁਣ ਇਹ ਕੀ ਹੁੰਦਾ, ਗੱਡੀ ਜਾ ਰਹੀ ਹੈ, ਕਾਫੀ ਭਰੀ ਹੋਈ ਹੈ, ਅਤੇ ਇੱਕ ਭਾਰੇ ਸਰੀਰ ਦਾ
ਕੋਈ ਮੁਸਾਫਰ ਖੜਾ ਹੈ ਤੇ ਉਹ ਬੱਸ ਦੇ ਵਿੱਚ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਚੜ੍ਹਨ ਲੱਗਾ ਹੈ ਤਾਂ ਸਾਰੀਆਂ ਸਵਾਰੀਆਂ ਨੇ ਕਹਿ ਤਾ ਕਿ ਇੱਥੇ ਤਾਂ ਥਾਂ ਹੀ ਨਹੀਂ ਹੈਗੀ। ਪਰ ਇੱਕ ਸੱਜਣ ਐਸਾ ਉਸ ਗੱਡੀ ਦੇ ਵਿੱਚ ਬੈਠਾ ਹੈ ਜਿਹਨੇ ਆਵਾਜ਼ ਦਿੱਤੀ ਕਿ ਥਾਂ ਹੈਗੀ ਹੈ, ਤੁਸੀਂ ਆ ਜਾਓ। ਅੱਗੇ ਕੀ ਹੁੰਦਾ ਹੈ, ਇਹ ਕੋਈ ਫੌਜੀ ਵਰਦੀ ਵਿੱਚ ਸਨ ਤੇ ਇਹਨਾਂ ਨਾਲ 2 ਸਿਪਾਹੀ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ। ਬਾਹਰਲਾ ਸੱਜਣ ਅੰਦਰ ਧੁੱਸ ਕੇ ਇਹਨਾਂ ਦੇ ਕੋਲ ਆ ਖਲੋਤਾ। ਸੋ ਇਹ ਫੌਜੀ ਵਰਦੀ ਵਿੱਚ ਮੇਜਰ ਸਾਹਿਬ ਹੈ ਤੇ ਉਹ ਜੋ ਭਾਰੇ ਸਰੀਰ ਵਾਲਾ ਸੱਜਣ ਹੈ ਉਹ ਅੰਦਰ ਵੜ ਜਾਂਦਾ ਹੈ ਤੇ ਉਹਨਾਂ ਦੇ ਕੋਲ ਖੜ ਜਾਂਦਾ ਹੈ। 1-2 ਮਿੰਟਾਂ ਬਾਅਦ ਉਹਨਾਂ ਆਖਿਆ, ਉਸ ਅਖੀਰਲੀ ਸੀਟ ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਹੈ, ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ। ਹੁਣ ਦੇਖੋ, ਇਹ ਮੁਸਾਫਰ, ਇਹ ਮੇਜਰ ਸਾਹਿਬ ਉਹਨਾਂ ਨੂੰ, ਉਸ ਮੋਟੇ ਆਦਮੀ ਨੂੰ ਚੜ੍ਹਨ ਦੇ ਵਿੱਚ ਵੀ ਹੈਲਪ ਕੀਤੀ, ਇਹਨਾਂ ਨੇ ਮਦਦ ਕੀਤੀ ਤੇ ਹੁਣ ਉਹਨੂੰ ਸੀਟ ਵੀ ਦੱਸ ਰਹੇ ਆ ਕਿ ਕਿਹੜੀ ਵਿਹਲੀ ਹੋ ਜਾਣੀ ਹੈ ਤੇ ਤੂੰ ਉੱਥੇ ਜਾ ਕੇ ਬੈਠ ਸਕਦਾ। ਪਹੁੰਚਣਾ ਹੀ ਮੁਸ਼ਕਿਲ ਹੈ, ਉਸ ਆਖਿਆ। ਹੁਣ ਉਹ ਭਾਰੇ ਸਰੀਰ ਵਾਲਾ ਯਾਤਰੂ ਕੀ ਕਹਿੰਦਾ ਹੈ ਕਿ ਪਹੁੰਚਣਾ ਮੁਸ਼ਕਿਲ ਹੈ ਕਿਉਂਕਿ ਕਾਫੀ ਭੀੜ ਹੈ ਗੱਡੀ ਦੇ ਵਿੱਚ। ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹੁੰਚਾਉਣਾ ਹੈ। ਤੇ ਉਹਨਾਂ ਆਪਣਾ ਪਾਸਾ ਜ਼ਰਾ ਕੁ ਚੁੱਕ ਕੇ ਉਹਨੂੰ ਬੰਚਾਂ ਦੇ ਵਿੱਚ ਵਿਚਕਾਰਲੀ ਢੋਅ ਤੇ ਖੜਾ ਕਰ ਦਿੱਤਾ। ਹੁਣ ਮੇਜਰ ਸਾਹਿਬ ਮਦਦ ਕਰ ਰਹੇ ਹੈ ਉਸ ਯਾਤਰੂ ਨੂੰ ਸੀਟ ਤੱਕ ਪਹੁੰਚਣ ਦੇ ਵਿੱਚ। ਉੱਤੋਂ ਛੱਤ ਨੂੰ ਹੱਥ ਪਾ ਲਓ ਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿੱਚ ਪਾਉਣ ਲਈ ਉਹਨਾਂ ਆਖਿਆ, ਇਹ ਸਰਦਾਰ ਜੀ ਕੋਈ ਤਮਾਸ਼ਾ ਵਿਖਾਉਣ ਲੱਗੇ ਹਨ, ਜ਼ਰਾ ਸੰਭਲ ਜਾਓ, ਮਤੇ ਇਹਨਾਂ ਹੇਠਾਂ ਕੋਈ ਬੰਦਾ ਪੀਸਿਆ ਜਾਏ। ਹੁਣ ਬਾਕੀ ਸਵਾਰੀਆਂ, ਕਿਉਂਕਿ ਗੁੱਸਾ ਆਉਂਦਾ ਹੈ ਸਭ ਨੂੰ ਕਿ ਇੱਕ ਹੋਰ ਚੜ੍ਹਾ ਲਿਆ ਔਰ ਉਹ ਵੀ ਭਾਰੇ ਸਰੀਰ ਵਾਲਾ, ਪਰ ਉਹਨਾਂ ਨੂੰ ਵੀ ਹਾਸੇ ਦੇ ਵਿੱਚ ਪਾਉਣ ਦੇ ਲਈ ਮੇਜਰ ਸਾਹਿਬ ਕੋਈ ਨਾ ਕੋਈ ਗੱਲ ਕਰ ਰਹੇ। ਭਾਰੇ ਸਰੀਰ ਵੱਲ ਵੇਖ ਕੇ ਸਵਾਰੀਆਂ ਹੱਸੀਆਂ ਤੇ ਸਭ ਨੇ ਢੋਅ ਨਾਲੋਂ ਪਿੱਠਾਂ ਪਰਾਂ ਕਰ ਲਈਆਂ। ਹੁਣ ਦੇਖੋ, ਇਹ ਗੁੱਸੇ ਦਾ ਜਾਦੂ ਨਹੀਂ ਹੈ, ਇਹ ਪਿਆਰ ਦੇ ਨਾਲ ਸਾਰਾ ਕੁਝ ਚੱਲ ਰਿਹਾ, ਮੇਜਰ ਸਾਹਿਬ ਕਰ ਰਹੇ ਹੈ। ਉਹ ਦੂਜੇ ਸਿਰੇ ਪਹੁੰਚ ਗਿਆ ਤੇ ਸਟੇਸ਼ਨ ਆਉਂਦਿਆਂ ਹੀ ਸੀਟ ਖਾਲੀ ਹੋਈ। ਉਹ ਆਰਾਮ ਨਾਲ ਬਹਿ ਗਿਆ ਤੇ ਸ਼ੁਕਰੀਏ ਵਿੱਚ ਦੂਰੋਂ ਮੇਜਰ ਸਾਹਿਬ ਨੂੰ ਹੱਥ ਜੋੜੇ। ਜੇਕਰ ਮੇਜਰ ਸਾਹਿਬ ਦਾ ਵਿਵਹਾਰ ਚੰਗਾ ਨਾ ਹੁੰਦਾ ਤਾਂ ਉਹਨਾਂ ਨੂੰ ਇਹ ਯਾਤਰੂ ਹੱਥ ਨਾ ਜੋੜਦਾ। ਬਾਕੀ ਸਵਾਰੀਆਂ ਹੱਸਦੀਆਂ ਨਹੀਂ, ਸਮਾਂ ਗੁੱਸਾ ਹੁੰਦੀਆਂ। ਠੀਕ ਹੈ, ਇਹ ਸਾਡੀ ਸ਼ਖਸੀਅਤ ਦੇ ਗੁਣਾਂ ਸਦਕਾ ਹੁੰਦਾ ਹੈ। ਸੋ ਅਜਿਹੀ ਸ਼ਖਸੀਅਤ ਸਾਨੂੰ ਆਪਣੀ ਵੀ ਬਣਾਉਣੀ ਚਾਹੀਦੀ ਹੈ। ਅੱਗੇ ਕੀ ਕਹਿੰਦਾ, ਉਸ ਸਟੇਸ਼ਨ ਤੇ ਉਤਰਿਆ ਤਾਂ ਇੱਕ ਸੀ, ਪਰ ਚੜ੍ਹਨ ਵਾਲੇ 2 ਆ ਗਏ। ਬੂਹੇ ਅੱਗੇ ਖੜੋਤੇ ਸਿਪਾਹੀਆਂ ਨੇ ਝਿੜਕ ਛੱਡਿਆ। ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ। ਮੇਜਰ ਸਾਹਿਬ ਨੇ ਫਿਰ ਆਖਿਆ, ਆ ਜਾਣ ਦਿਓ। ਹੁਣ ਮੇਜਰ ਸਾਹਿਬ, ਕਿਉਂਕਿ ਉਹਨਾਂ ਦਾ ਵਿਵਹਾਰ ਚੰਗਾ ਹੈ, ਉਹਨਾਂ ਦੀ ਸ਼ਖਸੀਅਤ ਦਾ ਇਹ ਗੁਣ ਹੈ, ਉਹ ਫਿਰ ਵੈਲਕਮ ਕਰਦੇ ਆ, ਫਿਰ ਉਹਨਾਂ ਨੂੰ ਕਹਿੰਦੇ ਆ ਜਾਣ ਦਿਓ। ਪਰ ਕੋਠਾ ਇਹਨਾਂ ਨੂੰ ਸਬਾਬ ਲਈ ਚਾਹੀਦਾ ਹੈ, ਉਹ ਕਿੱਥੇ ਧਰਾਂਗੇ? ਸਿਪਾਹੀਆਂ ਆਖਿਆ। ਸਬਾਬ ਭਾਵ ਸਮਾਨ ਉਹਨਾਂ ਦੋਵਾਂ ਕੋਲ ਕਾਫੀ ਹੈ ਤੇ ਉਹ ਕਹਿੰਦੇ ਆ ਕਿ ਕੋਠਾ ਚਾਹੀਦਾ ਤੇ ਫਿਰ ਖੜਨਾ ਕਿੱਥੇ? ਸਿਪਾਹੀ ਇਹ ਬੋਲ ਦਿੰਦੇ ਆ। ਅੱਗੇ ਮੇਜਰ ਸਾਹਿਬ ਟੱਟੀ ਦੇ ਨੇੜੇ ਬੈਠੇ ਸਨ। ਉਹਨਾਂ ਟੱਟੀ ਦਾ ਬੂਹਾ ਖੋਲ੍ਹਿਆ। ਟੱਟੀ ਭਾਵ ਟੋਇਲਟ। ਪਿੰਡਾਂ ਦੇ ਲੋਕ ਟੋਇਲਟ ਨੂੰ ਟੱਟੀ ਬੋਲ ਦਿੰਦੇ ਆ। ਸੋ ਹੁਣ ਮੇਜਰ ਸਾਹਿਬ ਟੋਇਲਟ ਟੱਟੀ ਦੇ ਨੇੜੇ ਬੈਠੇ ਆ ਤੇ ਉਹਨਾਂ ਨੇ ਉਹ ਬੂਹਾ ਖੋਲ੍ਹ ਦਿੱਤਾ। ਬੜੀ ਮਹਿਕ ਆਈ। ਸਵਾਰੀਆਂ ਨੱਕ ਕੱਜ ਲਏ, ਪਰ ਮੇਜਰ ਸਾਹਿਬ ਉੱਠੇ। ਮੈਂ 1 ਮਿੰਟ ਵਿੱਚ ਸਾਫ਼ ਕਰ ਦਿੰਦਾ ਹਾਂ, ਤੁਸੀਂ ਸਮਾਨ ਅੰਦਰ ਧਰਨ ਦੀ ਕਰੋ। ਹੁਣ ਮੇਜਰ ਸਾਹਿਬ ਮਦਦ ਕਰਦੇ ਹੋਏ, ਮਦਦ ਦੇ ਲਈ ਹੱਥ ਵਧਾਉਂਦੇ ਹੋਏ ਖੁਦ ਉੱਠਦੇ ਆ ਕਿ ਮੈਂ ਖੁਦ ਸਾਫ਼ ਕਰ ਦਿੰਦਾ, ਤੁਸੀਂ ਸਮਾਨ ਅੰਦਰ ਰੱਖਣ ਦੀ ਗੱਲ ਕਰੋ। ਸਿਪਾਹੀਆਂ ਨੂੰ ਸ਼ਰਮ ਆ ਗਈ। ਇੱਕ ਸਿਪਾਹੀ ਟੱਟੀ ਵਿੱਚ ਗਿਆ, ਦੂਜੇ ਨੇ ਅਸਬਾਬ ਨੂੰ ਹੱਥ ਪਵਾਇਆ। ਹੁਣ ਕਿਉਂਕਿ ਮੇਜਰ ਸਾਹਿਬ ਹੈ, ਅਗਰ ਉਹ ਖੁਦ ਉੱਠ ਕੇ ਟੋਇਲਟ ਸਾਫ਼ ਕਰਨ ਦੇ ਲਈ ਉੱਠ ਸਕਦੇ ਆ ਤਾਂ ਫਿਰ ਸਿਪਾਹੀ ਨੂੰ ਤਾਂ ਸ਼ਰਮ ਆਊਗੀ। ਚਲੋ, ਸਿਪਾਹੀ ਹੁਣ ਟੋਇਲਟ ਟੱਟੀ ਸਾਫ਼ ਕਰਨ ਦੇ ਲਈ ਅੰਦਰ ਵੜ ਜਾਂਦਾ ਹੈ। ਟੱਟੀ ਸਾਫ਼ ਹੁੰਦੀ ਰਹੀ। ਮੇਜਰ ਸਾਹਿਬ ਹੱਸਦੇ ਰਹੇ। ਭਾਈ, ਮੈਂ ਤੁਹਾਤੋਂ ਪਹਿਲਾਂ ਧਰਮਰਾਜ ਕੋਲ ਜਾਣਾ ਏ। ਮੈਂ ਉਹਨੂੰ ਦੱਸਾਂਗਾ ਬੰਤਾ ਸਿੰਘ ਨੇ ਕਿਹੋ ਜਿਹੀ ਸਫਾਈ ਕੀਤੀ ਸੀ। ਖੂਬ ਪਾਣੀ ਡੋਲੀ, ਵੇਖੀ ਜਰਾ ਬੋ ਨਾ ਆਵੇ ਰਹੇ। ਟੱਟੀ ਚੰਗੀ ਸਾਫ਼ ਹੋ ਗਈ। ਅਸਬਾਬ ਉਹਦੇ ਵਿੱਚ ਚਿਣ ਦਿੱਤਾ ਗਿਆ। ਸਾਰੇ ਡੱਬੇ ਦੀ ਫਿਜ਼ਾ ਬਦਲ ਗਈ। ਉਹ ਅਫਸਰ ਡੱਬੇ ਦਾ ਕੇਂਦਰ ਬਣ ਗਿਆ। ਬੜਾ ਰੌਣਕੀ, ਬੜਾ ਹਸਮੁਖ।
ਸਭ ਅੱਖਾਂ ਉੱਤੇ ਉਸੇ ਵੱਲ ਭੌਂ ਗਈਆਂ। ਹੁਣ ਇਹੋ ਜਿਹੀ ਸ਼ਖਸੀਅਤ ਮੱਲੋ ਮੱਲੀ ਬੰਦੇ ਦਾ ਧਿਆਨ ਖਿੱਚਦੀ ਹੈ। ਅੱਗੇ ਕੀ ਕਹਿੰਦਾ, ਅਗਲੇ ਸਟੇਸ਼ਨ ਤੇ ਸਿਕੰਜਵੀ ਵੇਚਣ ਵਾਲਾ ਆਇਆ। ਆਂਦਾ ਸੀ, ਠੰਡੇ ਮਿੱਠੇ ਗਲਾਸ, ਆਨੇ ਆਨੇ ਗਲਾਸ। ਗਰਮੀ ਨਾਲ ਕਈਆਂ ਦੇ ਮੂੰਹ ਅਹ, ਕੋ ਹੋਏ ਸਨ। ਵੇਖ ਭਾਈ ਬੰਤਾ ਸਿਆਂ, ਠੰਡੇ ਮਿੱਠੇ ਹੈਣ ਵੀ। ਦੋਹਾਂ ਸਿਪਾਹੀਆਂ ਨੂੰ ਗਲਾਸ ਦਵਾ ਦਿੱਤੇ। ਭੀੜ ਬਹੁਤ ਸੀ, ਪੀਣਾ ਕਈ ਚਾਹੁੰਦੇ ਸਨ, ਪਰ ਬਾਰੀ ਤੱਕ ਪਹੁੰਚਣਾ ਮੁਸ਼ਕਲ ਸੀ। ਫੜਾਈ ਬੰਤਾ ਸਿਆਂ ਉਹਨਾਂ ਭਾਈ ਜੀ ਨੂੰ, ਉਹ ਲਾਲਾ ਜੀ ਵੀ ਬੁੱਲ ਪਏ ਚੂਸਦੇ ਨਹੀਂ, ਉਸ ਕਾਕੇ ਨੂੰ ਵੀ ਦੇਈ। 19 ਗਲਾਸ ਪਿਲਾਏ ਗਏ। ਗੱਡੀ ਤੁਰਨ ਵਾਲੀ ਸੀ। ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ। ਲੈ ਭਾਈ ਤੂੰ ਤੇ ਜਾ। 1.25 ਰੁਪਈਆ ਉਹਦੇ ਹੱਥ ਫੜਾ ਕੇ ਮੇਜਰ ਸਾਹਿਬ ਨੇ ਆਖਿਆ, ਮੈਂ ਇਹਨਾਂ ਕੋਲੋਂ ਆਪੇ ਉਗਰਾ ਲਵਾਂਗਾ। ਸਵਾਰੀਆਂ ਦੇ ਦਿਲਾਂ ਵਿੱਚ ਉਸ ਹੰਸੂ ਹੰਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਸੀ। ਉਹਨਾਂ ਆਪੋ ਆਪਣੇ ਪੈਸੇ ਹੱਥੋਂ ਹੱਥੀਂ ਘੱਲਣੇ ਸ਼ੁਰੂ ਕਰ ਦਿੱਤੇ। ਪਰ ਮੇਜਰ ਸਾਹਿਬ ਨੇ ਝੋਲੀ ਅੱਡ ਕੇ ਹਾਸੇ ਵਿੱਚ ਗੱਲ ਉਡਾ ਦਿੱਤੀ। ਆਨਾ ਆਨਾ ਮੈਂ ਨਹੀਂ ਲੈਣਾ। ਜੇ ਦੇਣਾ ਜੇ ਤਾਂ ਨੋਟ ਨਾਟ ਦਾ ਪਾਓ, ਮੇਰਾ ਕੁਝ ਬਣੇ ਵੀ। ਮੈਂ ਛੁੱਟੀ ਘਰ ਜਾ ਰਿਹਾ ਹਾਂ। ਸਭ ਦੇ ਆਨੇ ਮੁੜ ਗਏ ਤੇ ਲੋਕ ਉਸ ਭਖਦੇ ਦਿਲ ਵਾਲੇ ਅਫਸਰ ਕੋਲੋਂ ਝੜਦੇ ਚੰਗਿਆੜਿਆਂ ਵਿੱਚ ਮਸਤ ਹੋ ਗਏ। ਹੁਣ ਇਹ ਮੇਜਰ ਸਾਹਿਬ ਦਾ ਸੁਭਾਅ ਹੈ, ਜਿਹਨੇ ਸਾਰਿਆਂ ਨੂੰ ਆਪਣੇ ਵੱਲ ਖਿੱਚਿਆ। ਇੰਨੇ ਨੂੰ ਕਿਸੇ ਤੰਬਾਕੂ ਪੀਣਾ ਚਾਹਿਆ। ਨਾਲ ਦੇ ਨੇ ਆਖਿਆ, ਨਾ ਨਾ ਸਰਦਾਰ ਸਾਹਿਬ ਦੇ ਹੁੰਦਿਆਂ ਨਹੀਂ ਪੀਣਾ। ਮੇਜਰ ਸਾਹਿਬ ਨੇ ਸੁਣ ਲਿਆ ਤੇ ਹੱਸ ਕੇ ਬੋਲੇ, ਪੀਣਾ ਕਿਉਂ ਨਹੀਂ, ਬੇਸ਼ੱਕ ਪੀਓ, ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ। ਹੁਣ ਦੇਖੋ, ਵੈਸੇ ਤਾਂ ਗੱਡੀਆਂ ਬੱਸਾਂ ਦੇ ਵਿੱਚ ਸਿਗਰਟ ਨਹੀਂ ਪੀਣਾ ਚਾਹੀਦਾ, ਪਰ ਮੇਜਰ ਸਾਹਿਬ ਕਿਉਂਕਿ ਜਿਹੜਾ ਪੀਂਦਾ ਹੈ ਉਹਨੂੰ ਵੀ ਉਹ ਖੁੱਲ੍ਹ ਦਿੰਦੇ ਆ। ਹੁਣ ਇੱਕ ਦੂਸਰੀ ਸਵਾਰੀ ਸਿਰਫ ਉਹਨਾਂ ਦੀ ਸ਼ਖਸੀਅਤ ਕਰਕੇ, ਸ਼ਖਸੀਅਤ ਦੇ ਗੁਣਾਂ ਕਰਕੇ, ਹੁਣ ਤੱਕ ਜੋ ਉਹਨਾਂ ਨੇ ਗੱਡੀ ਦੇ ਵਿੱਚ ਮਾਹੌਲ ਬਣਾਇਆ, ਉਹਦੇ ਸਦਕੇ ਕੋਈ ਤੀਸਰਾ ਬੰਦਾ ਉਸ ਤੰਬਾਕੂ ਪੀਣ ਵਾਲੇ ਨੂੰ ਕਹਿ ਰਿਹਾ ਕਿ ਮੇਜਰ ਸਾਹਿਬ ਦੇ ਹੁੰਦਿਆਂ ਨਹੀਂ ਤੈਨੂੰ ਪੀਣਾ ਚਾਹੀਦਾ। ਠੀਕ ਹੈ, ਇਹ ਸਿਰਫ ਮੇਜਰ ਸਾਹਿਬ ਦੇ ਵਿਵਹਾਰ ਕਰਕੇ ਸਾਰਾ ਕੁਝ ਹੋ ਰਿਹਾ ਕਿ ਤੀਸਰਾ ਕੋਈ ਬੰਦਾ ਉਹਨਾਂ ਦੀ ਫਿਕਰ ਕਰ ਰਿਹਾ ਕਿ ਉਹਨਾਂ ਦੇ ਹੁੰਦੇ ਹੋਏ ਨਹੀਂ ਅਸੀਂ ਪੀਣਾ, ਚੰਗਾ ਨਹੀਂ ਲੱਗਦਾ। ਤੇ ਮੇਜਰ ਸਾਹਿਬ ਉਹਨੂੰ ਕਹਿ ਦਿੰਦੇ ਕਿ ਵਧੀਆ ਸਿਗਰਟ ਪੀਣੀ ਹੈ ਤਾਂ ਉਹ ਪੀ ਸਕਦਾ ਹੈ। ਕਿਸੇ ਨੇ ਪੁੱਛਿਆ, ਵਧੀਆ ਨਾਲ ਕੀ ਫਰਕ ਪੈ ਜਾਏਗਾ? ਵਧੀਆ ਸਿਗਰਟਾਂ ਦਾ ਧੂੰਆਂ ਤਾਂ ਕਈ ਵਾਰੀ ਸਾਡੇ ਅੰਗਰੇਜ਼ ਅਫਸਰਾਂ ਸਾਡੇ ਮੂੰਹਾਂ 'ਤੇ ਮਾਰਿਆ ਹੈ। ਉਸ ਧੂੰਏਂ ਦੀ ਸਾਨੂੰ ਆਦਤ ਹੈ। ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ, ਉਹ ਬੀੜੀ ਪੀਣ ਵਾਲਾ ਸੀ। ਸ਼ਰਮਾ ਗਿਆ, ਕਹਿਣ ਲੱਗਾ, ਮੈਂ ਨਹੀਂ ਪੀਂਦਾ। ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ, ਬੀੜੀ ਦਾ ਧੂੰਆਂ ਤੂੰ ਬਾਰੀ 'ਚੋਂ ਬਾਹਰ ਸੁੱਟ ਛੱਡੀ, ਨਾ ਸਾਡੇ ਵੱਲ ਮਾਰੀ, ਪਰ ਭਾਈ ਪੀ ਜ਼ਰੂਰ। ਤੇ ਆਖ ਵੇਖ ਕੇ ਉਹਨੂੰ ਸੂਟਾ ਉਹਨਾਂ ਲਵਾ ਹੀ ਦਿੱਤਾ। ਅਗਲੇ ਸਟੇਸ਼ਨ ਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸਲੂਟ ਖੜਕਾਈ ਤੇ ਪੁੱਛਿਆ, ਸਾਹਿਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ? ਮੈਂ ਕੀ ਲੈਣਾ ਸੀ ਪੇ ਮਰਿਆਂ ਦੇ ਡੱਬੇ ਵਿੱਚ? ਕੋਈ ਅਖਬਾਰ ਪੜ੍ਹਦਾ ਸੀ, ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ ਸੀ, ਕੋਈ ਸਿਗਰਟ ਦੇ ਧੂੰਏਂ ਵੱਲ ਹੀ ਵੇਖੀ ਜਾ ਰਿਹਾ ਸੀ। ਮੈਂ ਇੱਥੇ ਆ ਗਿਆ। ਇੱਥੇ ਸਭ ਦੇ ਪੇ ਜਿਉਂਦੇ ਜਾਪਦੇ ਨੇ। ਫਿਰ ਮੈਂ ਤੁਹਾਡੀ ਸੀਟ ਤੇ ਜਾ ਬਵਾਂ? ਸਾਮਾਨ ਦਾ ਧਿਆਨ ਰੱਖਾਂਗਾ। ਨਾ ਭਾਈ ਨਾ, ਉੱਥੇ ਤਾਂ ਮੇਰਾ ਜਾਨਸ਼ੀਨ ਬੈਠਾ ਈ। ਉਹ ਕੌਣ ਸਾਹਿਬ? ਤੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲਟਕ ਗਿਆ। ਮੈਨੂੰ ਡਰ ਲੱਗਾ ਕਿਤੇ ਡਿੱਗ ਡਿਗਾ ਕੇ ਮਰ ਜਾਏਗਾ, ਫਿਰ ਗਵਾਹੀਆਂ ਭੁਗਤਣੀਆਂ ਪੈਣਗੀਆਂ। ਮੈਂ ਉਹਨੂੰ ਅੰਦਰ ਵਾੜ ਲਿਆ। ਅੱਗੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿਸੇ ਹੋਰ ਡੱਬੇ ਵਿੱਚ ਚਲਾ ਜਾਏ, ਪਰ ਉਹ ਪੈਰੀਂ ਪਏ, ਜੀ ਮੈਨੂੰ ਕਿਸ ਥਾਂ ਦੇਣੀ ਏ? ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਇੱਥੇ ਆ ਗਿਆ। ਬੰਤਾ ਸਿੰਘ ਹੋਰੀਂ ਇੱਥੇ ਬੈਠੇ ਸਨ। ਸੁਣ ਕੇ ਸਵਾਰੀਆਂ ਦੰਗ ਰਹਿ ਗਈਆਂ, ਪਰ ਉਸ ਭਲੇ ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ ਨਾ ਕਰਨ ਦਿੱਤੀ। ਜਿਹੜਾ ਕੋਈ ਸ਼ੁਰੂ ਕਰੇ, ਕੋਈ ਹੋਰ ਹੀ ਗੱਲ ਆਪਣੇ ਕੋਲੋਂ ਵਾਹ ਕੇ ਉਹਨੂੰ ਉਹ ਚੁੱਪ ਕਰਾ ਦੇਵੇ। ਅਗਲੇ ਸਟੇਸ਼ਨ ਤੇ ਮੇਜਰ ਸਾਹਿਬ ਨੇ ਲੈ ਜਾਣਾ ਸੀ। ਉਹਨਾਂ ਕੋਲੋਂ ਨਾਲ ਦਿਆਂ ਨੇ ਨਾਂ ਪਤਾ ਪੁੱਛਿਆ।
ਉਹ ਸਿਪਾਹੀਆਂ ਨਾਲ ਉਹਨਾਂ ਦਾ ਅਸਬਾਬ ਇਕੱਠਾ ਕਰਾਉਣ ਲੱਗ ਪਏ। ਸਬਾਬ ਦਾ ਯੁੱਧ ਮੁਕਾ ਲਈਏ, ਫਿਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖ ਦਿਆਂਗਾ। ਸਟੇਸ਼ਨ ਆਇਆ, ਕੁਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਤੇ ਇਹ ਕਹਿੰਦੇ ਕਾਹਲੀ ਕਾਹਲੀ ਗੱਡੀਓਂ ਹੇਠਾਂ ਉਤਰ ਗਏ। ਮੈਂ ਆਪਣਾ ਨਿੱਕ ਸੁੱਕ ਵੀ ਪੇਮਰਿਆਂ ਦੇ ਡੱਬੇ ਚੋਂ ਇਕੱਠਾ ਕਰਨਾ ਹੈ, ਐਤਕੀ ਮਾਫੀ ਦੇ ਦਿਓ। ਜੇ ਫੇਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਪੂਰਾ ਪਤਾ ਨੋਟ ਕਰਾ ਦਿਆਂਗਾ। ਔ ਗਏ, ਸਾਰੇ ਡੱਬੇ ਚੋਂ ਰੂਹ ਨਿਕਲ ਗਈ। ਡੱਬਾ ਭਾਂ ਭਾਂ ਕਰਨ ਲੱਗ ਪਿਆ। ਹੁਣ ਡੱਬੇ ਦੇ ਵਿੱਚੋਂ ਰੂਹ ਮੇਜਰ ਸਾਹਿਬ ਦੇ ਨਾਲ ਹੀ ਚਲੇ ਗਈ। ਸਵਾਰੀਆਂ ਤਾਂ ਬਹੁਤ ਹੈ ਪਰ ਮੇਜਰ ਸਾਹਿਬ ਵਰਗੀਆਂ ਨਹੀਂ। ਹੁਣ ਆਪਾਂ ਕੀ ਪੜ੍ਹਿਆ ਕਿ ਮੇਜਰ ਸਾਹਿਬ ਜਿੱਥੇ ਪਹਿਲਾਂ ਬੈਠੇ ਸੀਗੇ ਉੱਥੇ ਉਹਨਾਂ ਨੇ ਸੀਟ ਕਿਸੇ ਹੋਰ ਨੂੰ ਦੇ ਦਿੱਤੀ ਤੇ ਪੁੱਛਣ ਤੇ ਕਿ ਉਹ ਇੱਥੇ ਆ ਕੇ ਕਿਉਂ ਬੈਠ ਗਏ, ਉਹਨਾਂ ਨੇ ਕਿਹਾ ਕਿ ਉਹ ਪੇਮਰਿਆਂ ਦਾ ਡੱਬਾ ਹੈ। ਵੈਸੇ ਅਸੀਂ ਵੀ ਹਰ ਰੋਜ਼ ਸਫ਼ਰ ਕਰਦੇ ਹਾਂ, ਮੈਨੂੰ ਲੱਗਦਾ ਕਿ ਜੋ ਉਹਨਾਂ ਨੇ ਕਿਹਾ ਉਹ ਸਾਡੇ ਤੇ ਵੀ ਲੱਗਦੀ ਹੈ ਗੱਲ। ਕਿਉਂਕਿ ਉਹਨਾਂ ਨੇ ਕੀ ਕਿਹਾ ਕਿ ਕੋਈ ਪੇਪਰ ਪੜ੍ਹ ਰਿਹਾ ਨਾ, ਕੋਈ ਕਿਤਾਬ ਆਪਣੇ ਮੂੰਹ ਦੇ ਅੱਗੇ ਰੱਖ ਕੇ ਬੈਠਾ, ਮਤਲਬ ਕੋਈ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰ ਰਿਹਾ, ਸਾਰੇ ਆਪਣੇ ਆਪਣੇ ਸਟੇਟਸ ਨੂੰ ਸ਼ੋਅ ਕਰ ਰਹੇ ਆ। ਠੀਕ ਹੈ, ਤੇ ਹੁਣ ਇਸ ਡੱਬੇ ਦੇ ਵਿੱਚ ਜਿੱਥੇ ਆਏ ਉੱਥੇ ਆਮ ਲੋਕ ਬੈਠੇ ਆ। ਠੀਕ ਹੈ, ਗਰੀਬ ਲੋਕ ਹੋ ਸਕਦੇ ਆ ਉਹ। ਠੀਕ, ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਇੱਥੇ ਸਾਰੇ ਜੀਂਦੇ ਜਾਗਦੇ ਆ। ਘੱਟੋ ਘੱਟ ਕੋਈ ਦਿਖਾਵੇ ਦੇ ਲਈ ਤਾਂ ਨਹੀਂ ਕੁਛ ਕਰ ਰਿਹਾ, ਜਾਂ ਕਿਸੇ ਤੋਂ ਗੱਲ ਕਰਨ ਤੋਂ ਹੈ ਨਾ ਬਚਣ ਦੇ ਲਈ ਤਾਂ ਨਹੀਂ ਕੁਛ ਵੀ ਕਰ ਰਿਹਾ। ਸਾਰੇ ਆਪਣੇ ਆਪਣੇ ਤਰੀਕੇ ਦੇ ਨਾਲ ਬੈਠੇ ਆ। ਠੀਕ ਹੈ, ਹੁਣ ਸਾਡਾ ਕੀ ਵਿਵਹਾਰ ਹੁੰਦਾ ਹੈ ਬੱਸ ਜਾਂ ਗੱਡੀ ਦੇ ਵਿੱਚ, ਅਸੀਂ ਕਿਸੇ ਨੂੰ ਨਹੀਂ ਦੇਖਣਾ ਹੁੰਦਾ। ਚਲੋ ਆਹ ਮੇਜਰ ਸਾਹਿਬ ਜਦੋਂ ਇਹ ਕਹਾਣੀ ਲਿਖੀ ਆ ਉਸ ਸਮੇਂ ਦੇ ਹੈ ਨਾ, ਤਾਂ ਸ਼ਾਇਦ ਕੋਈ ਅਖਬਾਰ ਪੜ੍ਹਦਾ ਦੇਖਿਆ ਜਾ ਸਕਦਾ ਬੱਸ ਗੱਡੀ ਦੇ ਵਿੱਚ, ਜਾਂ ਫਿਰ ਕੋਈ ਕਿਤਾਬ ਹੀ ਪੜ੍ਹਦਾ ਹੋਊਗਾ, ਇਹ ਵੀ ਚੰਗੀ ਗੱਲ ਹੈ। ਪਰ ਹੁਣ ਅਸੀਂ ਸਿਰਫ ਔਰ ਸਿਰਫ ਫੋਨ ਹੀ ਦੇਖ ਰਹੇ ਹੁੰਦੇ ਹਾਂ, ਤੇ ਉਹਦੇ ਵਿੱਚ ਵੀ ਕੋਈ ਖਾਸ ਸਾਨੂੰ ਪਤਾ ਕੀ ਕੀ ਦੇਖ ਰਹੇ ਹੁੰਦੇ ਆਪਾਂ। ਠੀਕ ਹੈ, ਕੋਈ ਸਮਝ ਵਾਲੀ ਗੱਲ ਨਹੀਂ ਹੁੰਦੀ। ਸੋ ਹੋਰ ਕੁਛ ਨਹੀਂ, ਘੱਟੋ ਘੱਟ ਸਾਨੂੰ ਜਦੋਂ ਵੀ ਆਪਾਂ ਸਫ਼ਰ ਕਰਦੇ ਹਾਂ, ਫੋਨ ਇੱਕ ਸਾਈਡ ਲਾ ਕੇ ਆਪਾਂ ਜੇਕਰ ਆਪਣੇ ਆਪ ਨੂੰ ਚਾਹੁੰਦੇ ਹਾਂ ਕਿ ਮੇਰਾ ਸਫ਼ਰ ਵਧੀਆ ਬੀਤੇ, ਤਾਂ ਦੂਸਰਿਆਂ ਦੇ ਲਈ ਵੀ ਸਾਨੂੰ ਸੌਖ ਪੈਦਾ ਕਰਨੀ ਚਾਹੀਦੀ ਹੈ। ਜੇਕਰ ਇੱਕ ਸੀਟ ਤੇ ਬੈਠੇ ਹਾਂ ਤਾਂ ਚੌੜੇ ਹੋ ਕੇ ਨਾ ਬੈਠੋ, ਆਪਣੀ ਜਿੰਨੀ ਸਾਨੂੰ ਜ਼ਰੂਰਤ ਹੈ ਸੀਟ ਉਨੀ ਲਈਏ ਅਸੀਂ। ਜੇਕਰ ਕੋਈ ਆਉਂਦਾ ਹੈ ਤੀਸਰਾ ਬੱਸ ਦੇ ਵਿੱਚ ਚੜ੍ਹਦਾ, ਤਾਂ ਸੀਟ ਇੱਕਦਮ, ਜੇਕਰ ਸਾਡੇ ਨਾਲ ਕੋਈ ਬੈਠਣ ਦੀ ਜਗ੍ਹਾ ਹੈਗੀ ਹੈ ਤਾਂ ਇੱਕਦਮ ਸਾਈਡ 'ਤੇ ਹੋਈਏ ਅਤੇ ਅਗਲੇ ਨੂੰ ਬੈਠਣ ਦੇ ਲਈ ਕਹੀਏ। ਠੀਕ ਹੈ, ਇੰਨਾ ਤਾਂ ਅਸੀਂ ਕਰ ਸਕਦੇ ਹਾਂ। ਨਾ ਹੀ ਅਸੀਂ ਕਿਸੇ ਨੂੰ ਗੁੱਸੇ ਦੇ ਨਾਲ ਬੋਲੀਏ, ਪਿਆਰ ਦੇ ਨਾਲ ਬੋਲੀਏ, ਚੰਗਾ ਵਿਵਹਾਰ ਕਰੀਏ, ਕਿਉਂਕਿ ਜਿੱਦਾਂ ਦਾ ਸਫ਼ਰ ਅਸੀਂ ਕਰਨਾ ਅਗਲੇ ਨੇ ਵੀ ਉੱਦਾਂ ਦਾ ਹੀ ਕਰਨਾ। ਸੋ ਬੱਚਿਓ, ਬਹੁਤ ਸੋਹਣੀ ਕਹਾਣੀ ਹੈ, ਸਿਕਸ਼ਾ ਦਿੰਦੀ ਹੈ ਸਾਨੂੰ। ਠੀਕ ਹੈ, ਸ਼ਖਸੀਅਤ ਸਾਡੀ ਆਪਣੀ ਹੈ, ਉਹਨੂੰ ਨਿਖਾਰਨ ਦੀ ਜ਼ਿੰਮੇਵਾਰੀ ਵੀ ਸਾਡੀ ਆਪਣੀ ਹੈ। ਸਾਨੂੰ ਉਦਾਹਰਨਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਮਿਲ ਜਾਂਦੀਆਂ। ਹਰ ਰੋਜ਼ ਅਸੀਂ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਜਾਂਦੇ ਹਾਂ, ਘਰ ਦੇ ਵਿੱਚ ਵੀ ਰਹਿੰਦੇ ਹੋਏ ਸਾਨੂੰ ਬਹੁਤ ਸਾਰੀ ਸਿਕਸ਼ਾ ਮਿਲਦੀ ਹੈ, ਅਤੇ ਉਹ ਸਿਕਸ਼ਾ ਤੁਸੀਂ ਲੈਣੀ ਹੈ।